ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। 3 ਲੱਖ ਤੋਂ ਵੱਧ ਨੂੰ ਮਿਲੀ ਕੈਨੇਡਾ ਦੀ ਨਾਗਰਿਕਤਾ ਇਮੀਗ੍ਰੇਸ਼ਨ ਬਾਰੇ ਆਈ ਤਾਜ਼ਾ ਜਾਣਕਾਰੀ। ਕਾਮਾਗਾਟਾ ਮਾਰੂ ਘਟਨਾ ਨੂੰ ਪੂਰੇ ਹੋਏ 109 ਸਾਲ ਟਰੂਡੋ ਦੇ ਇਮੀਗ੍ਰੇਸ਼ਨ ਮੰਤਰੀ ਨੇ ਪੀੜਤਾਂ ਨੂੰ ਕੀਤਾ ਯਾਦ। ਵਿਦੇਸ਼ੀ ਦਖਲ ਬਾਰੇ ਟਰੂਡੋ ਦਾ ਬਿਆਨ, ਟਰੂਡੋ ਨੇ ਕੀਤਾ ਵੱਡਾ ਐਲਾਨ। ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦਾ ਰਾਹ ਨਹੀਂ ਬੰਦ, ਪਹਿਲਾਂ ਦੇ ਮੁਕਾਬਲੇ ਗਿਣਤੀ ਵਿੱਚ ਹੋਇਆ ਵਾਧਾ। ਕਾਮਾਗਾਟਾ ਮਾਰੂ ਦੀ ਘਟਨਾ ਨੂੰ 109 ਸਾਲ ਪੂਰੇ ਹੋ ਚੁੱਕੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਪੀੜਤਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦਾ ਇੱਕ ਟਵੀਟ ਸਾਹਮਣੇ ਆਇਆ, ਜਿੱਥੇ ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਤੇ ਨਾਲ ਹੀ ਇਮੀਗ੍ਰੇਸ਼ਨ ਦੇ ਪੱਖ ਤੋਂ ਵੀ ਇਸ ਦੇ ਬਾਰੇ ਗੱਲ ਕੀਤੀ ਗਈ ਹੈ। ਕਾਮਾਗਾਟਾ ਮਾਰੂ ਨੂੰ 109 ਸਾਲ ਪੂਰੇ ਹੋ ਗਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਜੀ ਹਾਂ, 23 ਮਈ ਵਾਲੇ ਦਿਨ ਕਾਮਾਗਾਟਾ ਮਾਰੂ ਦੀ ਘਟਨਾ ਵਾਪਰੀ ਸੀ, ਜਿਸ ਨੂੰ ਹੁਣ 109 ਸਾਲ ਦਾ ਸਮਾਂ ਹੋ ਚੁੱਕਿਆ ਹੈ। 23 ਮਈ 1914 ਨੂੰ 376 ਸਾਊਥ ਏਸ਼ੀਅਨ ਇਮੀਗ੍ਰੈਂਟਸ ਕਾਮਾਗਾਟੂ ਜਹਾਜ਼ ਰਾਹੀਂ ਕੈਨੇਡਾ ਵਿੱਚ ਪਹੁੰਚੇ, ਪਰ ਨਸਲਵਾਦੀ ਕਾਨੂੰਨਾਂ ਕਾਰਨ ਉਹਨਾਂ ਨੂੰ ਕੈਨੇਡਾ ਵਿੱਚ ਉਤਰਨ ਨਹੀਂ ਦਿੱਤਾ ਗਿਆ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਬਾਬਾ ਗੁਰਦਿੱਤ ਸਿੰਘ ਨੇ ਸਾਲ 1914 ਦੌਰਾਨ ਇੱਕ ਜਾਪਾਨੀ ਸਮੁੰਦਰੀ ਜਹਾਜ਼, ਜਿਸ ਦਾ ਨਾਮ ਕਾਮਾਗਾਟਾ ਮਾਰੂ ਸੀ, ਕਿਰਾਏ ਤੇ ਲਿਆ। 23 ਮਈ 1914 ਨੂੰ ਇਹ ਜਹਾਜ਼ ਕਈ ਸਮੁੰਦਰ ਪਾਰ ਕਰਦਾ ਵੈਨਕੂਵਰ ਪਹੁੰਚਿਆ। ਇਸ ਵਿੱਚ ਵੱਡੀ ਗਿਣਤੀ ਪੰਜਾਬੀ ਮੂਲ ਦੇ ਵਿਅਕਤੀ ਸਨ। 2 ਮਹੀਨਿਆਂ ਬਾਅਦ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਨੂੰ ਭਾਰਤ ਵਾਪਸ ਭੇਜਣ ਲਈ ਮਜਬੂਰ ਕੀਤਾ ਗਿਆ। ਜਹਾਜ਼ ਵਿੱਚ 340 ਸਿੱਖ, 24 ਮੁਸਲਮਾਨ, 12 ਹਿੰਦੂ ਵਿਅਕਤੀ ਸ਼ਾਮਲ ਸਨ। ਇਸ ਸਮੁੰਦਰੀ ਜਹਾਜ਼ ਨੂੰ ਨਸਲਵਾਦੀ ਕਾਨੂੰਨਾਂ ਕਾਰਨ ਕੈਨੇਡਾ ਵਿੱਚ ਏਸ਼ੀਅਨ ਪ੍ਰਵਾਸ ਨੂੰ ਘੱਟ ਕਰਨ ਦੇ ਉਦੇਸ਼ ਨਾਲ ਵਾਪਸ ਮੋੜਨ ਵਾਸਤੇ ਮਜਬੂਰ ਕੀਤਾ ਗਿਆ ਸੀ। ਭਾਰਤ ਵਾਪਸ ਪਹੁੰਚਣ ਤੇ 19 ਯਾਤਰੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਸ ਦੁਖਾਂਤ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਿਆਨ ਜਾਰੀ ਕੀਤਾ ਹੈ। ਕਾਮਾਗਾਟਾ ਮਾਰੂ ਘਟਨਾ ਦੀ ਪੀੜਤਾਂ ਨੂੰ ਉਹਨਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਉਹਨਾਂ ਨੇ ਸਾਊਥ ਏਸ਼ੀਅਨ ਭਾਈਚਾਰੇ ਵੱਲੋਂ ਕੈਨੇਡੀਅਨ ਸਮਾਜ ਵਿੱਚ ਪਾਏ ਵਡਮੁੱਲੇ ਯੋਗਦਾਨ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਸਾਲ 2016 ਵਿੱਚ ਮੈਂ ਫੈਡਰਲ ਸਰਕਾਰ ਦੀ ਤਰਫੋਂ ਹਾਊਸ ਆਫ ਕਾਮਨਸ ਅੰਦਰ ਕਾਮਾਗਾਟੂ ਘਟਨਾ ਤੋਂ ਪ੍ਰਭਾਵਿਤ ਹੋਏ ਸਾਰੇ ਲੋਕਾਂ ਤੋਂ ਰਸਮੀ ਮੁਆਫੀ ਮੰਗੀ ਸੀ। ਕਾਮਾਗਾਟਾ ਮਾਰੂ ਦੀ ਯਾਤਰੀਆਂ ਦੇ ਨਾਲ ਜੋ ਵਾਪਰਿਆ ਉਹ ਇੱਕ ਦੁਖਦਾਈ ਘਟਨਾ ਸੀ। ਇਹ ਯਾਦ ਦਿਵਾਉਂਦਾ ਹੈ ਕਿ ਇਤਿਹਾਸਕ ਤੌਰ ਤੇ ਕੈਨੇਡਾ ਹਮੇਸ਼ਾ ਨਵੇਂ ਆਉਣ ਵਾਲੇ ਲੋਕਾਂ ਨੂੰ ਸਵੀਕਾਰ ਕਰਨ ਵਾਲਾ ਸਥਾਨ ਨਹੀਂ ਸੀ, ਪਰ ਅੱਜ ਘੱਟ ਗਿਣਤੀ ਭਾਈਚਾਰੇ ਦੀ ਸਖਤ ਮਿਹਨਤ ਸਦਕਾ ਦੁਨੀਆ ਭਰ ਦੇ ਲੋਕ ਆਪਣੇ ਅਤੇ ਆਪਣੇ ਪਰਿਵਾਰਾਂ ਦੀਆਂ ਬਿਹਤਰ ਜ਼ਿੰਦਗੀਆਂ ਬਣਾਉਣ ਲਈ ਕੈਨੇਡਾ ਆਉਂਦੇ ਨੇ। ਇਸ ਤੋਂ ਇਲਾਵਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦਾ ਵੀ ਇਸ ਬਾਰੇ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਨੇ ਕਾਮਾਗਾਟਾ ਮਾਰੂ ਦੀ ਵਰ੍ਹੇਗੰਢ ਤੇ ਟਵੀਟ ਕੀਤਾ ਤੇ ਕਿਹਾ ਕਿ ਇਹ ਘਟਨਾ ਇੱਕ ਸ਼ਮੂਲੀਅਤ ਵਾਲੇ ਇਮੀਗ੍ਰੇਸ਼ਨ ਸਿਸਟਮ ਦੀ ਮਹੱਤਤਾ ਨੂੰ ਦੱਸਦੀ ਹੈ। 3 ਲੱਖ ਤੋਂ ਵੱਧ ਲੋਕਾਂ ਨੂੰ ਕੈਨੇਡਾ ਦੀ ਨਾਗਰਿਕਤਾ ਮਿਲੀ ਹੈ। ਸਿਟੀਜ਼ਨਸ਼ਿਪ ਦੇ ਬਾਰੇ ਇੱਕ ਖਾਸ ਜਾਣਕਾਰੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਾਂਝੀ ਕੀਤੀ ਗਈ। ਮੌਜੂਦਾ ਸਮੇਂ ਕੈਨੇਡਾ ਵਿੱਚ ਸਿਟੀਜ਼ਨਸ਼ਿਪ ਵੀਕ ਮਨਾਇਆ ਜਾ ਰਿਹਾ ਹੈ, ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੀ ਗੱਲ ਕਰਦੇ ਹੋਏ ਦਿਖਾਈ ਦਿੱਤੇ ਨੇ। ਕੈਨੇਡਾ ਤੋਂ ਸਿਟੀਜ਼ਨਸ਼ਿਪ ਦੇ ਨਾਲ ਜੁੜੀ ਹੋਈ ਖਾਸ ਅਪਡੇਟ ਸਾਹਮਣੇ ਆਈ ਹੈ, ਜਿੱਥੇ IRCC ਵੱਲੋਂ ਸਿਟੀਜ਼ਨਸ਼ਿਪ ਹਫ਼ਤਾ ਮਨਾਇਆ ਜਾ ਰਿਹਾ ਹੈ। IRCC ਵੱਲੋਂ ਇਸ ਬਾਰੇ ਗੱਲ ਕੀਤੀ ਗਈ ਹੈ। ਦੱਸਦੀ ਹੈ ਕਿ ਹਰ ਸਾਲ ਹੀ ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਸਿਟੀਜ਼ਨਸ਼ਿਪ ਹਫ਼ਤਾ ਮਨਾਇਆ ਜਾਂਦਾ ਹੈ, ਜਿੱਥੇ ਕੈਨੇਡਾ ਵਿੱਚ ਨਵੇਂ ਬਣੇ ਸਿਟੀਜ਼ਨਸ ਦਾ ਸਵਾਗਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਬੋਲੇ ਹਨ ਤੇ ਉਹਨਾਂ ਵੱਲੋਂ ਸਿਟੀਜ਼ਨਸ਼ਿਪ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ, ਜੋ ਕਿ 22 ਮਈ ਤੋਂ 28 ਮਈ ਵਿਚਕਾਰ ਹੋਣ ਵਾਲਾ ਹੈ। ਹੈਲੀਫੈਕਸ, ਨੋਵਾ ਸਕੋਸ਼ੀਆ, ਵੈਨਕੂਵਰ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀਆਂ ਸਿਟੀਜ਼ਨਸ਼ਿਪ ਸੈਰੇਮਨੀਜ਼ ਹੋਣੀਆਂ ਨੇ, ਇੱਥੇ ਮੰਤਰੀ ਵੱਲੋਂ ਹਿੱਸਾ ਲਿਆ ਜਾਵੇਗਾ। ਦੱਸ ਦਈਏ ਕਿ ਕੈਨੇਡਾ ਵੱਲੋਂ ਹੁਣ ਕਈ ਸਿਟੀਜ਼ਨਸ ਦੇ ਸਵਾਗਤ ਦਾ ਟਾਰਗੇਟ ਰੱਖਿਆ ਗਿਆ ਹੈ। ਪਿਛਲੇ ਸਾਲ ਕੈਨੇਡਾ ਵੱਲੋਂ ਜੋ ਸਿਟੀਜ਼ਨਸ਼ਿਪ ਦੇ ਸੰਬੰਧ ਵਿੱਚ ਟਾਰਗੇਟ ਤੈਅ ਕੀਤਾ ਗਿਆ, ਉਹ ਟਾਰਗੇਟ ਦੇ ਨਾਲੋਂ ਵੱਧ ਹੀ ਅੰਕੜਾ ਦੇਖਣ ਨੂੰ ਮਿਲਿਆ। ਇਹ ਕਿਹਾ ਗਿਆ ਸੀ ਕਿ ਇੱਥੇ 3,64,000 ਨਵੇਂ ਸਿਟੀਜ਼ਨਸ ਦਾ ਸਵਾਗਤ ਕੀਤਾ ਜਾਣਾ ਹੈ। ਮੌਜੂਦਾ ਸਮੇਂ ਪਹਿਲੇ 3 ਮਹੀਨਿਆਂ ਦੇ ਵਿੱਚ ਹੀ 85,000 ਨਵੇਂ ਸਿਟੀਜ਼ਨਸ ਦਾ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਵਾਗਤ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਵਿੱਚ ਫਿਲੀਪੀਨਸ, ਨਾਈਜੀਰੀਆ, ਸੀਰੀਆ, ਪਾਕਿਸਤਾਨ, ਈਰਾਨ, ਚਾਈਨਾ, US ਤੇ UK ਦੇ ਨਾਲ ਸੰਬੰਧਿਤ ਲੋਕਾਂ ਦੀ ਵੀ ਇੱਕ ਵੱਡੀ ਗਿਣਤੀ ਦੱਸੀ ਜਾ ਰਹੀ ਹੈ।
ਕੈਨੇਡਾ ਤੋਂ ਅਮਰੀਕਾ ਗੈਰ ਕਾਨੂੰਨੀ ਤਰੀਕੇ ਨਾਲ ਜਾਣ ਵਾਲਿਆਂ ਦਾ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਰਾਸ਼ਟਰਪਤੀ ਬਾਈਡਨ ਵੱਲੋਂ ਆਪਸ ਦੇ ਵਿੱਚ ਡੀਲ ਕੀਤੀ ਗਈ ਸੀ ਕਿ ਅਜਿਹੀ ਐਂਟਰੀ ਨੂੰ ਰੋਕਿਆ ਜਾ ਸਕੇ, ਪਰ ਜੋ ਤਾਜ਼ਾ ਅੰਕੜੇ ਸਾਹਮਣੇ ਆਏ ਨੇ ਉਹਨਾਂ ਤੋਂ ਪਤਾ ਚੱਲਿਆ ਕਿ ਅਜੇ ਵੀ ਬਹੁਤ ਸਾਰੇ ਲੋਕ ਕੈਨੇਡਾ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲਾ ਲੈ ਰਹੇ ਨੇ। ਅਮਰੀਕਾ ਤੋਂ ਕੈਨੇਡਾ ਅਤੇ ਕੈਨੇਡਾ ਤੋਂ ਅਮਰੀਕਾ ਆਉਣ ਵਾਲਿਆਂ ਦਾ ਸਿਲਸਿਲਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ ਦਿਨੀ ਰਾਸ਼ਟਰਪਤੀ ਜੋ ਬਾਈਡਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬਾਰਡਰ ਕ੍ਰਾਸਿੰਗ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ, ਜਿਸ ਤੋਂ ਬਾਅਦ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਦਾ ਰੁਝਾਨ ਅਜੇ ਵੀ ਜਾਰੀ ਹੈ। ਦੱਸ ਦਈਏ ਕਿ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਮਨੁੱਖੀ ਤਸਕਰ ਆਪਣੀਆਂ ਜੇਬਾਂ ਭਰਨ ਦੇ ਵਿੱਚ ਕਾਮਯਾਬ ਹੋ ਰਹੇ ਨੇ। ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਪਿਛਲੇ ਸਾਲ 1,09,535 ਪ੍ਰਵਾਸੀਆਂ ਨੂੰ ਰੋਕਿਆ ਗਿਆ, ਜਦਕਿ ਇਸ ਵਾਰ ਇਹ ਅੰਕੜਾ 6 ਮਹੀਨੇ ਵਿੱਚ 84,000 ਤੋਂ ਟੱਪਦਾ ਹੋਇਆ ਦਿਖਾਈ ਦਿੱਤਾ। ਓਨਟਾਰੀਓ ਦਾ ਕੌਰਨਵਾਲ ਅਤੇ ਕਿਊਬਿਕ ਦਾ ਐਗਵੀਜ਼ਨ ਇਲਾਕਾ ਵਾਸੀਆਂ ਦੇ ਸਰਹੱਦ ਪਾਰ ਕਰਨ ਵਾਸਤੇ ਥਾਵਾਂ ਮੰਨੀਆਂ ਜਾਂਦੀਆਂ ਨੇ ਤੇ ਸੰਭਾਵਤ ਤੌਰ ਤੇ ਮਨੁੱਖੀ ਤਸਕਰਾਂ ਵੱਲੋਂ ਇਸ ਕੰਮ ਵਿੱਚ ਸਥਾਨਕ ਲੋਕਾਂ ਦੀ ਮਦਦ ਵੀ ਲਈ ਜਾਂਦੀ ਹੈ। ਕਿਊਬਿਕ ਦਾ ਰੌਕਸਮ ਰੋਡ ਲਾਂਘਾ ਬੰਦ ਹੋਣ ਦੇ ਬਾਵਜੂਦ ਨਾਜਾਇਜ਼ ਪ੍ਰਵਾਸ ਵਿੱਚ ਕੋਈ ਵੀ ਕਮੀ ਦੇਖਣ ਨੂੰ ਨਹੀਂ ਮਿਲ ਰਹੀ। ਇੱਥੇ ਵੀ ਦੱਸਣਯੋਗ ਹੈ ਕਿ ਗੈਰ ਕਾਨੂੰਨੀ ਬਾਰਡਰ ਕ੍ਰਾਸਿੰਗ ਦੌਰਾਨ ਕੁਝ ਲੋਕਾਂ ਦੀ ਜਾਨ ਵੀ ਗਈ ਸੀ। ਪਿਛਲੇ ਦਿਨ ਇਹ ਮੁੱਦਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਵੀ ਬਣਿਆ ਰਿਹਾ, ਜਦੋਂ ਗੁਜਰਾਤੀ ਮੂਲ ਦੇ ਕੁਝ ਪਰਿਵਾਰਕ ਮੈਂਬਰ ਹਾਦਸੇ ਦਾ ਸ਼ਿਕਾਰ ਹੋਏ ਤੇ ਉਹਨਾਂ ਦੀ ਜਾਨ ਚਲੀ ਗਈ। ਚੋਣਾਂ ਵਿੱਚ ਹੋਈ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਲਗਾਤਾਰ ਭਖਦਾ ਹੀ ਜਾ ਰਿਹਾ ਹੈ। ਹੁਣ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ, ਜਿੱਥੇ ਉਹਨਾਂ ਵੱਲੋਂ ਇਸ ਨੂੰ ਲੈ ਕੇ ਆਪਣਾ ਪੱਖ ਰੱਖਿਆ ਗਿਆ। ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਆਏ ਦਿਨ ਕਈ ਲੀਡਰ ਇਸ ਦੇ ਉੱਪਰ ਆਪਣਾ ਪੱਖ ਰੱਖ ਰਹੇ ਨੇ ਤੇ ਉਹਨਾਂ ਵੱਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਹੁਣ ਇਸ ਮੁੱਦੇ ਤੇ ਇੱਕ ਵਾਰ ਫਿਰ ਤੋਂ ਬੋਲੇ ਨੇ, ਜਿੱਥੇ ਉਹਨਾਂ ਨੇ ਕਿਹਾ ਕਿ ਇਸ ਸੰਬੰਧ ਵਿੱਚ ਸਖਤ ਜਾਂਚ। Bonjour tout le monde, ça me fait plaisir d'être ici aujourd'hui avec notre lieutenant pour le Québec, pour le Parti conservateur, Pierre Paulus, qui fait partie de notre équipe Gros Bon Sens. Je suis ici à Québec afin de partager notre message, de ramener des prix plus bas en éliminant le taxe de carbone numéro 2 que Justin Trudeau et le Bloc québécois veulent imposer sur les Québécois, qui coûterait 20 cents de litre et $500 par famille par année. On va l'éliminer, c'est seulement le Parti conservateur qui va l'éliminer. Deuxièmement, on parle des coupes d'impôts. Les Québécois devraient pouvoir retenir davantage de leur chèque de paie, de ramener plus. On doit rendre le travail payant encore ici au Canada, et c'est seulement le Parti conservateur et Pierre Poilievre qui ont le gros bon sens pour le faire. Et troisièmement, on veut partager notre message de donner le feu vert aux projets verts, comme des barrages pour l'hydroélectricité, comme les projets du secteur forestier. On a besoin d'enlever la paperasse et les obstacles du gouvernement fédéral pour accomplir ces buts et pour produire davantage d'électricité verte ici au Québec. Donc, c'est ça le gros bon sens, et c'est notre agenda. Malheureusement, on a appris aujourd'hui que l'ami du ski de Justin Trudeau, qui fait partie de la Fondation Trudeau, a essayé de camoufler l'ingérence de Pékin dans nos élections. On sait que Pékin a versé $140 000 à la Fondation Trudeau afin d'influencer et d'acheter l'amour. ਐਡਮਿੰਟਨ ਤੋਂ ਹਵਾ ਦੇ ਬਾਰੇ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜੋ ਕਿ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਸੀ, ਉਸ ਨੂੰ ਹੁਣ ਖਤਮ ਕਰ ਦਿੱਤਾ ਗਿਆ। ਐਲਬਰਟਾ ਦੇ ਵਿੱਚ ਜੰਗਲ ਦੀ ਅੱਗ ਦਾ ਜੋ ਅਸਰ ਹੈ, ਉਸ ਦੀ ਕੁਝ ਪ੍ਰਭਾਵ ਐਡਮਿੰਟਨ ਦੇ ਵਿੱਚ ਦੇਖਣ ਨੂੰ ਮਿਲੇ, ਜਿੱਥੇ ਹਵਾ ਸਾਫ਼ ਦਿਖਾਈ ਨਹੀਂ ਦੇ ਰਹੀ ਸੀ। ਐਡਮਿੰਟਨ ਦੇ ਵਿੱਚ ਜੋ ਸਪੈਸ਼ਲ 에ਅਰ ਕੁਆਲਿਟੀ ਸਟੇਟਮੈਂਟ ਜਾਰੀ ਕੀਤੀ ਗਈ ਸੀ, ਉਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਜੰਗਲ ਦੀ ਅੱਗ ਦੇ ਕਾਰਨ ਹਵਾ ਦੇ ਵਿੱਚ ਜੋ ਸਮੋਕ ਦਿਖਾਈ ਦੇ ਰਹੀ ਸੀ, ਉਹ ਹੌਲੀ-ਹੌਲੀ ਘਟ ਰਹੀ ਹੈ। ਦੱਸੀਏ ਕਿ ਸਿਟੀ ਆਫ ਐਡਮਿੰਟਨ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਅਲਬਰਟਾ ਦੇ ਵਿੱਚ ਜੰਗਲ ਦੀ ਅੱਗ ਦੇ ਕਾਰਨ ਇਸ ਦਾ ਅਸਰ ਹਵਾ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕੁਝ ਥਾਵਾਂ ਵਾਸਤੇ 에ਅਰ ਕੁਆਲਿਟੀ ਸਟੇਟਮੈਂਟ ਜਾਰੀ ਕੀਤੀ ਗਈ ਸੀ। ਇਹ ਐਲਾਨ ਉਹਨਾਂ ਵੱਲੋਂ 16 ਮਈ ਵਾਲੇ ਦਿਨ ਕੀਤਾ ਗਿਆ। ਉਦੋਂ ਤੋਂ ਹੀ ਐਡਮਿੰਟਨ ਦੇ ਵਿੱਚ
ਕੁਝ ਅਜਿਹੀ ਸਥਿਤੀ ਬਣੀ ਹੋਈ ਸੀ ਜਿਸ ਤੋਂ ਬਾਅਦ ਲੋਕਾਂ ਦੇ ਉੱਪਰ ਵੀ ਇਸ ਦਾ ਅਸਰ ਦਿਖਾਈ ਦੇ ਰਿਹਾ ਸੀ। ਖਾਸ ਤੌਰ ਤੇ ਉੱਪਰ ਜੇਕਰ ਕੋਈ ਦਿਲ ਦੀ ਬਿਮਾਰੀ ਜਾਂ ਫਿਰ ਸਾਹ ਦੀ ਬਿਮਾਰੀ ਦਾ ਮਰੀਜ਼ ਸੀ, ਉਸ ਨੂੰ ਸਲਾਹ ਦਿੱਤੀ ਗਈ ਕਿ ਉਹ ਬਾਹਰ ਨਾ ਨਿਕਲਣ। ਵੈਦਰ ਏਜੰਸੀ ਵੱਲੋਂ ਦੱਸਿਆ ਗਿਆ ਕਿ ਜੰਗਲ ਦੀ ਅੱਗ ਦੇ ਕਾਰਨ ਹੀ ਹਵਾ ਦੀ ਗੁਣਵੱਤਾ ਦੇ ਉੱਪਰ ਅਸਰ ਪਿਆ। ਮੌਜੂਦਾ ਸਮੇਂ ਕੁਝ ਹਿੱਸਿਆਂ ਦੇ ਵਿੱਚ ਬਰਸਾਤ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਇਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ 50 ਤੋਂ 75 ਮਿਲੀਮੀਟਰ ਤੱਕ ਬਰਸਾਤ ਪੈਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਹਾਲਾਤਾਂ ਦੇ ਵਿੱਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ। ਜਿਹੜੀਆਂ ਥਾਵਾਂ ਦੀ ਵਾਸਤੇ ਉਹਨਾਂ ਵੱਲੋਂ ਵੈਦਰ ਸਟੇਟਮੈਂਟ ਜਾਰੀ ਕੀਤੀ ਗਈ, ਉਹਨਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਵੈਬਸਾਈਟ ਦੇ ਉੱਪਰ ਇਸ ਸੰਬੰਧੀ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਲਗਾਤਾਰ ਜ਼ੋਰ ਫੜਦਾ ਹੀ ਜਾ ਰਿਹਾ ਹੈ। ਅਜਿਹੇ ਦੇ ਵਿੱਚ ਜਾਂਚ ਦੇ ਨਾਲੋਂ ਜਨਤਕ ਸੁਣਵਾਈ ਦੀ ਗੱਲ ਕਹੀ ਜਾ ਰਹੀ ਹੈ। ਡੇਵਿਡ ਇਸ ਮੁੱਦੇ ਦੇ ਉੱਪਰ ਬੋਲੇ ਨੇ ਤੇ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਅਜਿਹੇ ਵਿੱਚ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਵਿਦੇਸ਼ੀ ਦਖਲਅੰਦਾਜ਼ੀ ਦੇ ਸੰਬੰਧ ਵਿੱਚ ਜਨਤਕ ਸੁਣਵਾਈ ਹੋਣੀ ਚਾਹੀਦੀ ਹੈ। ਇਸ ਬਾਰੇ ਡੇਵਿਡ ਵੱਲੋਂ ਆਪਣਾ ਪੱਖ ਰੱਖਿਆ ਗਿਆ। ਉਹਨਾਂ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। Based on my review, I have reached 5 clear conclusions. First, foreign governments are undoubtedly attempting to influence candidates and voters in Canada. Foreign interference is a real and growing threat, and more remains to be done promptly to strengthen our capacity to detect, deter, and counter foreign interference in elections. Second, when viewed in full context with all of the relevant intelligence, several leaked materials that raised legitimate questions turn out to have been misconstrued in some media reporting, presumably because of the lack of this context. Third, I have identified serious shortcomings in the way intelligence is communicated and processed from security agencies through to government. Fourth, a further public process is required, but there should not and need not be a separate formal public inquiry. A public inquiry examining the leaked materials could not be undertaken in public, given the sensitivity of the intelligence. However, public hearings on the serious governance and policy issues identified to date should and will be held at the earliest possible date as part of the second phase of my mandate. Finally, I recognize this report's conclusions would be met with skepticism by some, especially by those who in good faith have worked to raise legitimate questions around these issues. The challenge is this: what has allowed me to determine whether there has in fact been interference cannot be disclosed publicly. A public review of classified intelligence simply cannot be done. Therefore, fifth, I recommend the Prime Minister invite the two oversight committees on national security, NSICOP and INSIRA, to review my conclusions and provide them with all supporting materials, including an annex which contains the classified information. If they disagree with my conclusions, they should say that. ਲਿਬਰਲ ਲੀਡਰਸ਼ਿਪ ਦੇ ਵਿੱਚ ਹੁਣ ਬੋਨੀ ਉਤਰ ਰਹੇ ਹਨ, ਜਿੱਥੇ ਉਹਨਾਂ ਵੱਲੋਂ ਇੱਕ ਵੈਬਸਾਈਟ ਦੇ ਉੱਪਰ ਵੀ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਮੌਜੂਦਾ ਸਰਕਾਰ ਦੇ ਉੱਪਰ ਉਹਨਾਂ ਵੱਲੋਂ ਨਿਸ਼ਾਨਾ ਸਾਧਿਆ ਗਿਆ ਤੇ ਉਹਨਾਂ ਨੂੰ ਘੇਰਦੇ ਹੋਏ ਦਿਖਾਈ ਦਿੱਤੇ ਨੇ। ਮਿਸਿਸਾਗਾ ਦੀ ਮੇਅਰ ਬੋਨੀ ਦੀ ਓਨਟਾਰੀਓ ਲਿਬਰਲ ਲੀਡਰਸ਼ਿਪ ਦੌਰ ਦੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਮੇਅਰ ਬੋਨੀ ਵੱਲੋਂ ਓਨਟਾਰੀਓ ਲਿਬਰਲ ਲੀਡਰਸ਼ਿਪ ਦੇ ਵਿੱਚ ਸ਼ਾਮਲ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇੱਕ ਨਵੀਂ ਵੈਬਸਾਈਟ ਮੁਤਾਬਕ ਬੋਨੀ ਨੇ ਲੀਡਰਸ਼ਿਪ ਦੌਰ ਦੇ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾ ਸੰਬੰਧਿਤ ਇੱਕ ਵਿਸ਼ੇਸ਼ ਕਮੇਟੀ ਕਾਇਮ ਕੀਤੀ। ਰਿਪੋਰਟ ਦੇ ਮੁਤਾਬਕ ਜੋ ਵੈਬਸਾਈਟ ਬਣਾਈ ਗਈ ਹੈ, ਸਪਸ਼ਟ ਤੌਰ ਤੇ ਇੱਕ ਚੋਣ ਮੁਹਿੰਮ ਵੈਬਸਾਈਟ ਲੱਗ ਰਹੀ ਹੈ। ਸੋਮਵਾਰ ਨੂੰ ਜਿਸ ਦੇ ਉੱਪਰ ਉਹ ਲਾਈਵ ਵੀ ਹੋਏ। ਹਾਲਾਂਕਿ ਇਸ ਨੂੰ ਕੁਝ ਘੰਟਿਆਂ ਬਾਅਦ ਬੰਦ ਕੀਤਾ ਗਿਆ, ਪਰ ਇਹ ਵੈਬਸਾਈਟ ਦੁਆਰਾ ਚਾਲੂ ਹੋ ਗਈ ਹੈ। ਵੈਬਸਾਈਟ ਦੇ ਮੁਤਾਬਕ ਡਗ ਫੂਡ ਦੀ ਸਰਕਾਰ ਨੇ ਕਟੌਤੀਆਂ ਕਰਕੇ ਅਤੇ ਅਹਿਮ ਜਨਤਕ ਸੇਵਾਵਾਂ ਦੀ ਘੱਟ ਫੰਡਿੰਗ ਕਰਕੇ ਸਥਿਤੀ ਵਿਗਾੜੀ ਹੋਈ ਹੈ। ਫੂਡ ਸਰਕਾਰ ਦੇ ਨਿਸ਼ਾਨਾ ਸਾਧਦਿਆਂ ਬੋਨੀ ਵੱਲੋਂ ਵੈਬਸਾਈਟ ਤੇ ਲਿਖਿਆ ਗਿਆ ਕਿ ਓਨਟਾਰੀਓ ਵਿੱਚ ਹੁਣ ਸਿਖਰ ਹੋ ਚੁੱਕਿਆ ਹੈ ਤੇ ਫੂਡ ਸਰਕਾਰ ਨੇ ਜੋ ਪਿਛਲੇ 5 ਸਾਲਾਂ ਵਿੱਚ ਕੀਤਾ, ਸੂਬਾ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਸ਼ਹਿਰ ਦੇ ਵਿੱਚ ਖੁਦ ਦੇਖਿਆ ਹੈ ਕਿ
ਸਰਕਾਰ ਨੇ ਮਿਸੀਸਾਗਾ ਦੇ ਰੈਜ਼ੀਡੈਂਟਸ ਤੇ ਬੋਝ ਪਾਇਆ ਹੋਇਆ ਹੈ। ਇਸ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ ਤੇ ਮੈਂ ਅਗਲੀ ਸਰਕਾਰ ਬਣਾਉਣ ਵਾਸਤੇ ਆਪਣੀ ਪਾਰਟੀ ਦੀ ਅਗਵਾਈ ਕਰਨਾ ਚਾਹੁੰਦੀ ਹਾਂ। ਦੱਸ ਦਈਏ ਕਿ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਰਾਜਨੀਤੀ ਅਤੇ ਲੋਕ ਪ੍ਰਸ਼ਾਸਨ ਵਿਭਾਗ ਦੇ ਵਿੱਚ ਪ੍ਰੋਫੈਸਰ ਮੁਤਾਬਕ ਜੇਕਰ ਬੋਨੀ ਚੋਣ ਲੜਨ ਦਾ ਫੈਸਲਾ ਕਰਦੀ ਹੈ ਤਾਂ ਉਹ ਲਿਬਰਲ ਲੀਡਰਸ਼ਿਪ ਦੀ ਦੌੜ ਦੇ ਵਿੱਚ ਇੱਕ ਮਜ਼ਬੂਤ ਉਮੀਦਵਾਰ ਹੋਵੇਗੀ। ਉਹਨਾਂ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਬਹੁਤ ਸਾਰੇ ਲੋਕ ਬੋਨੀ ਦੀਆਂ ਸੰਭਾਵਨਾਵਾਂ ਵੇਖ ਰਹੇ ਨੇ। ਸਾਲ 2022 ਦੀਆਂ ਸੂਬਾਈ ਚੋਣਾਂ ਵਿੱਚ ਲਿਬਰਲ ਪਾਰਟੀ ਨੇ ਸਿਰਫ 8 ਸੀਟਾਂ ਜਿੱਤੀਆਂ ਸਨ, ਪਰ ਮਾਇਰ ਨੇ ਕਿਹਾ ਕਿ ਲਿਬਰਲ ਪਾਰਟੀ ਖੁਦ ਨੂੰ ਦੁਆਰਾ ਤਿਆਰ ਕਰ ਰਹੀ ਹੈ ਤੇ ਬੋਨੀ ਲੀਡਰ ਬਣਦੀ ਹੈ ਤਾਂ ਫਿਰ ਇਹ ਪ੍ਰਕਿਰਿਆ ਹੋਰ ਸੌਖੀ ਹੋ ਜਾਵੇਗੀ। ਉਹਨਾਂ ਦਾ ਕਹਿਣਾ ਹੈ ਕਿ ਬੋਨੀ ਦੀ ਮੌਜੂਦਗੀ ਪਾਰਟੀ ਵਿੱਚ ਇੱਕ ਲੋਕ ਪ੍ਰਿਯਤਾ ਅਤੇ ਹੋਰ ਵੀ ਕਈ ਚੀਜ਼ਾਂ ਲੈ ਕੇ ਆਉਂਦੀ ਹੈ। ਬੋਨੀ ਦੇ ਬਤੌਰ ਮਿਸੀਸਾਗਾ ਮੇਅਰ ਓਨਟਾਰੀਓ ਬਿਗ ਸਿਟੀ ਮੇਅਰ ਕਾਕਸ ਅਤੇ ਡਿਜ਼ਨੀ ਤੇ ਮੈਕਡੋਨਲਡਸ ਦੇ ਨਾਲ ਉਹਨਾਂ ਦੇ ਪ੍ਰਾਈਵੇਟ ਸੈਕਟਰ ਦੇ ਨਾਲ ਕੰਮ ਦਾ ਹਵਾਲਾ ਦਿੱਤਾ ਗਿਆ। 18 ਮਈ ਨੂੰ ਸੂਬਾ ਸਰਕਾਰ ਨੇ ਪੀਲ ਰੀਜਨ ਨੂੰ 2025 ਦੀ ਸ਼ੁਰੂਆਤ ਤੱਕ ਭੰਗ ਕਰਨ ਦਾ ਐਲਾਨ ਕੀਤਾ। ਬੋਨੀ ਪਿਛਲੇ ਲੰਬੇ ਸਮੇਂ ਤੋਂ ਮਿਸੀਸਾਗਾ ਨੂੰ ਇੱਕ ਸੁਤੰਤਰ ਖੁਦਮੁਖਤਿਆਰ ਸ਼ਹਿਰ ਬਣਾਏ ਜਾਣ ਦੀ ਮੰਗ ਕਰ ਰਹੀ ਸਨ। ਪੀਲ ਦੇ ਭੰਗ ਹੋਣ ਦੇ ਫੈਸਲੇ ਨੂੰ ਉਹਨਾਂ ਇਤਿਹਾਸਕ ਦੱਸਿਆ ਹੈ। ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ। ਵਿਰੋਧੀ ਪਾਰਟੀਆਂ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਘੇਰੀਆਂ ਨੇ ਤੇ ਇੱਕ ਵਾਰ ਫਿਰ ਤੋਂ ਅਜਿਹਾ ਹੀ ਜ਼ਿਕਰ ਦੇਖਣ ਨੂੰ ਮਿਲਿਆ। ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਦੇ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਹ ਗੱਲ ਕਹੀ ਗਈ ਸੀ ਕਿ ਹੁਣ ਵਿਦੇਸ਼ੀ ਦਖਲਅੰਦਾਜ਼ੀ ਦੇ ਸੰਬੰਧ ਦੇ ਵਿੱਚ ਜਨਤਕ ਸੁਣਵਾਈ ਹੋਣੀ ਚਾਹੀਦੀ ਹੈ, ਜਿਸ ਬਾਰੇ ਪ੍ਰਧਾਨ ਮੰਤਰੀ ਬੋਲੇ ਹਨ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਕੀ ਕੁਝ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। Bonjour tout le monde, je suis très heureux d'être ici aujourd'hui avec les ministres Mendicino et Blair. Pour commencer, j'aimerais remercier l'ancien gouverneur général David Johnston de nous avoir rapidement remis son premier rapport sur l'ingérence étrangère. En mars, il a commencé son examen indépendant pour évaluer l'étendue et l'effet de l'ingérence étrangère dans les élections canadiennes et pour fournir des recommandations afin que le Canada puisse mieux protéger sa démocratie. Le mandat comprenait des recommandations sur les mécanismes et processus nécessaires pour que le Canada puisse combattre efficacement l'ingérence étrangère et pour que les Canadiens puissent garder confiance dans leurs élections et leurs institutions démocratiques. Nous accueillons favorablement le rapport d'aujourd'hui et ses recommandations. Understandably, Canadians have had many questions over the last few months, and that is why we launched this process. The former Governor-General has reviewed thousands of pages of classified and unclassified documents. While preparing his report, Mr. Johnston was given complete access to any relevant records and documents from across government. I myself welcomed the opportunity to sit down with him, as did other ministers. He also interviewed senior officials, security experts, and many others. The work has led him to conclude that, and I quote, "The elections of 2019 and 2021 were well protected by sophisticated mechanisms, and there is no basis to lack confidence in their results." ਮੈਕਸੀਕੋ ਵੱਲੋਂ ਵਰਕ ਵੀਜ਼ੇ ਜਾਰੀ ਕੀਤੇ ਜਾਣਗੇ। ਕੁਝ ਮਾਈਗ੍ਰੈਂਟਸ ਵਾਸਤੇ ਉਹਨਾਂ ਵੱਲੋਂ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ। ਸੈਂਟਰਲ ਅਮਰੀਕਾ ਦੇ ਵਾਸਤੇ ਐਲਾਨ ਕੀਤਾ ਗਿਆ, ਜਿੱਥੇ ਕਈ ਲੋਕਾਂ ਨੂੰ ਹੁਣ ਮੈਕਸੀਕੋ ਵੱਲੋਂ ਵਰਕ ਵੀਜ਼ੇ ਦਿੱਤੇ ਜਾਣੇ ਹਨ। ਅਮਰੀਕਾ ਮੈਕਸੀਕੋ ਬਾਰਡਰ ਦੇ ਨਾਲ ਜੁੜੀਆਂ ਹੋਈਆਂ ਕੁਝ ਅਹਿਮ ਅਪਡੇਟਸ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੱਸਿਆ ਗਿਆ ਕਿ ਹੁਣ ਬਾਈਡਨ ਪ੍ਰਸ਼ਾਸਨ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਕਿ ਉਹ ਫੌਜਾਂ ਨੂੰ ਸਾਊਥ ਅਮਰੀਕਾ ਦੇ ਜੰਗਲਾਂ ਵਿੱਚ ਭੇਜਣ ਤਾਂ ਕਿ ਮਨੁੱਖੀ ਤਸਕਰੀ ਦੇ ਮਾਮਲਿਆਂ ਨੂੰ ਰੋਕਿਆ ਜਾ ਸਕੇ। ਅਜਿਹਾ ਕਦਮ ਮਾਈਗ੍ਰੈਂਟਸ ਦੀ ਗਿਣਤੀ ਨੂੰ ਰੋਕਣ ਦੇ ਸੰਬੰਧ ਵਿੱਚ ਚੁੱਕਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆਈ, ਜਿੱਥੇ ਮੈਕਸੀਕੋ ਵੱਲੋਂ ਸੈਂਟਰਲ ਅਮਰੀਕਨਸ ਵਾਸਤੇ ਹੁਣ ਟੈਂਪਰੇਰੀ ਵਰਕ ਵੀਜ਼ਾ ਜਾਰੀ ਕੀਤੇ ਜਾ ਰਹੇ ਨੇ। ਇਸ ਬਾਰੇ ਮੈਕਸੀਕੋ ਦੇ ਰਾਸ਼ਟਰਪਤੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਹੁਣ ਇਸ ਦੇਸ਼ ਵੱਲੋਂ ਟੈਂਪਰੇਰੀ ਵਰਕ ਵੀਜ਼ਾ ਦਿੱਤੇ ਜਾਣਗੇ। ਮੌਜੂਦਾ ਸਮੇਂ ਮੈਕਸੀਕੋ ਦੇ ਵਿੱਚ ਮੈਨ ਪਾਵਰ ਦੀ ਜ਼ਰੂਰਤ ਹੈ, ਜਿਸ ਦਾ ਨਤੀਜਾ ਇਹ ਹੋਵੇਗਾ ਕਿ ਸੈਂਟਰਲ ਅਮਰੀਕਾ ਦੇ ਲੋਕਾਂ ਨੂੰ ਹੁਣ ਮੈਕਸੀਕੋ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਖਾਸ ਤੌਰ ਤੇ ਉੱਪਰ ਵੈਲਡਰ ਅਤੇ ਇੰਜੀਨੀਅਰਸ ਦੀ ਮੈਕਸੀਕੋ ਵਿੱਚ ਜ਼ਰੂਰਤ ਹੈ, ਜਿਸ ਬਾਰੇ ਰਾਸ਼ਟਰਪਤੀ ਨੇ ਗੱਲਬਾਤ ਕੀਤੀ ਹੈ। ਦੱਸ ਦਈਏ ਕਿ ਜਿਵੇਂ ਹੀ ਅਮਰੀਕਾ ਵੱਲੋਂ ਬਾਰਡਰ ਦੇ ਉੱਪਰ ਸਖਤੀ ਕਰਦਿਆਂ ਨਵੀਂ ਇਮੀਗ੍ਰੇਸ਼ਨ ਪਾਲਿਸੀ ਐਲਾਨ ਕੀਤੀ ਗਈ ਤਾਂ ਕੁਝ ਮਾਈਗ੍ਰੈਂਟਸ ਅਜੇ ਵੀ ਮੈਕਸੀਕੋ ਦੇ ਵਿੱਚ ਫਸੇ ਹੋਏ ਨੇ। ਪਿਛਲੇ ਦਿਨੀ ਮੈਕਸੀਕੋ ਵੱਲੋਂ ਅਮਰੀਕਾ ਦੇ ਨਾਲ ਇੱਕ ਡੀਲ ਵੀ ਕੀਤੀ ਗਈ, ਜਿਸ ਮੁਤਾਬਕ ਸੈਂਟਰਲ ਅਮਰੀਕਾ ਦੇ ਕੁਝ ਮਾਈਗ੍ਰੈਂਟਸ ਨੂੰ
ਜਿਹੜੇ ਕਿ ਅਨਡਾਕੂਮੈਂਟਡ ਹਨ, ਮੈਕਸੀਕੋ ਸਵੀਕਾਰ ਕਰੇਗਾ। ਜਿਵੇਂ ਅਮਰੀਕਾ ਵੱਲੋਂ ਬਾਰਡਰ ਦੇ ਉੱਪਰ ਸਖਤੀ ਕੀਤੀ ਗਈ ਤਾਂ ਮੈਕਸੀਕੋ ਵੱਲੋਂ ਵੀ ਵੀਜ਼ਾ ਜਾਰੀ ਕਰਨ ਦੇ ਵਿੱਚ ਹੁਣ ਸਖਤੀ ਕੀਤੀ ਜਾ ਰਹੀ ਹੈ। ਹਾਈਵੇ ਦੇ ਉੱਪਰ ਵੱਡਾ ਹਾਦਸਾ ਵਾਪਰਿਆ ਜਿੱਥੇ ਕਈ ਵਾਹਨ ਆਪਸ ਦੇ ਵਿੱਚ ਟਕਰਾਏ ਨੇ। ਇਸ ਦੌਰਾਨ ਕੁਝ ਦੀ ਜਾਨ ਚਲੀ ਗਈ ਤੇ ਕਈ ਜ਼ਖਮੀ ਵੀ ਦੱਸੇ ਜਾ ਰਹੇ ਨੇ। ਹਾਦਸੇ ਦੇ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਈ ਵਾਹਨਾਂ ਦੀ ਟੱਕਰ ਹੋਈ ਹੈ। ਟੱਕਰ ਹੋਣ ਕਾਰਨ 3 ਲੋਕਾਂ ਦੀ ਜਾਨ ਚਲੀ ਗਈ ਤੇ 5 ਜ਼ਖਮੀ ਦੱਸੇ ਜਾ ਰਹੇ ਨੇ। ਅਧਿਕਾਰੀਆਂ ਵੱਲੋਂ ਇਸ ਬਾਰੇ ਹੁਣ ਤੱਕ ਦੀ ਅਪਡੇਟ ਜਾਰੀ ਕੀਤੀ ਗਈ ਜਿੱਥੇ ਦੱਸਿਆ ਕਿ ਹਾਦਸਾ ਹਾਈਵੇ 101 ਦੇ ਉੱਪਰ ਵਾਪਰਿਆ ਜਿੱਥੇ ਕਈ ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਘੱਟ ਤੋਂ ਘੱਟ 3 ਲੋਕਾਂ ਦੀ ਜਾਨ ਚਲੀ ਗਈ ਤੇ 5 ਜ਼ਖਮੀ ਹੋਏ ਨੇ। ਕੈਲੀਫੋਰਨੀਆ ਹਾਈਵੇ ਪੈਟਰੋਲ ਟੀਮ ਨੇ ਇਸ ਬਾਰੇ ਜਾਣਕਾਰੀ ਦਿੱਤੀ ਜਿੱਥੇ ਦੱਸਿਆ ਕਿ ਦੇਰ ਰਾਤ 6 ਵਾਹਨ ਆਪਸ ਵਿੱਚ ਟਕਰਾ ਗਏ। ਉਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਇੱਕ ਪਿਕਅਪ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ ਜਿਸ ਤੋਂ ਬਾਅਦ ਇੱਕ ਕਈ ਵਾਹਨ ਆਪਸ ਦੇ ਵਿੱਚ ਟਕਰਾਉਂਦੇ ਗਏ। ਉਹਨਾਂ ਦਾ ਕਹਿਣਾ ਹੈ ਕਿ 4 ਹੋਰ ਕਾਰਾਂ ਪਿਕਅਪ ਟਰੱਕ ਦੇ ਨਾਲ ਟਕਰਾ ਗਈਆਂ। ਅਧਿਕਾਰੀਆਂ ਦੇ ਦੱਸਣ ਮੁਤਾਬਕ ਜਿਵੇਂ ਹੀ ਤਿੰਨੇ ਡਰਾਈਵਰ ਆਪਣੀ ਕਾਰ ਤੋਂ ਬਾਹਰ ਨਿਕਲੇ ਤਾਂ ਇੱਕ ਹੋਰ ਕਾਰ ਟਕਰਾ ਗਈ ਜਿਸ ਕਾਰਨ ਦੋਵੇਂ ਕਾਰਾਂ ਵਿਚਾਲੇ ਟੱਕਰ ਹੋ ਗਈ ਜਿਸ ਕਾਰਨ 3 ਲੋਕਾਂ ਦੀ ਜਾਨ ਚਲੀ ਗਈ। ਸੜਕ ਹਾਦਸੇ ਵਿੱਚ 5 ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਾਦਸੇ ਦੇ ਸੰਬੰਧ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਪੀੜਤਾਂ ਦੀ ਪਹਿਚਾਣ ਅਜੇ ਨਹੀਂ ਦੱਸੀ ਗਈ। ਡੈਮੋਕ੍ਰੇਟਸ ਵੱਲੋਂ ਇੱਕ ਖਾਸ ਮੰਗ ਰੱਖੀ ਗਈ ਹੈ ਜਿੱਥੇ ਉਹਨਾਂ ਵੱਲੋਂ ਇੱਕ ਮੁੱਦਾ ਚੁੱਕਿਆ ਗਿਆ। ਇਸ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਹਾਊਸ ਡੈਮੋਕ੍ਰੇਟਸ ਵੱਲੋਂ ਖਾਸ ਮੰਗ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਪੋਲਸਟਰ ਸੋਸ਼ਲ ਸਿਕਿਉਰਿਟੀ ਦੇ ਸੰਬੰਧ ਵਿੱਚ ਕੁਝ ਕਦਮ ਚੁੱਕਣ ਦੀ ਜ਼ਰੂਰਤ ਹੈ। ਇਸ ਮੌਕੇ ਤੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ। That could cover, and I wasn't even employed at the time, cover her car insurance, her food, utilities. So we had to make sure that every one of those dollars stretched as much as possible. Now we're in a little bit better shape. I'm, of course, employed and I can help out when I can. But this is something that we got to keep in mind, that there's some Americans that this is their sole source of income. So we need to make sure that we protect it. We make it sure that it's there for this generation, but also future generations. The 2100 Act is a great name, but the only person that's going to be around for the 2100 Act probably is my son Hodge and Joe Nagusa's kids. So we want to make sure that it is there for that future generation. So to Representative Larson and to the individuals in this room, we're going to fight every step of the way to make sure that Social Security is there for not only for my mother, but people's parents all over the country. With that, I yield to Annie Custard, the New Dems chair. ਵੱਡੀ ਹੋਈ ਚੈਪਸਟਿਕ $1 ਲੱਖ ਦੀ ਵਿਕੀ ਹੈ ਜਿਸ ਨੂੰ ਲੈ ਕੇ ਚਰਚਾ ਕਾਫੀ ਜ਼ਿਆਦਾ ਹੋ ਰਹੀ ਹੈ। ਇਸ ਮੁੱਦੇ ਦੇ ਉੱਪਰ ਹੁਣ ਕੀ ਕੁਝ ਕਿਹਾ ਜਾ ਰਿਹਾ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਵਰਤੀ ਹੋਈ ਚੈਪਸਟਿਕ ਨੂੰ $1 ਲੱਖ ਦੇ ਵਿੱਚ ਵੇਚਿਆ ਗਿਆ। ਇਸ ਤੋਂ ਬਾਅਦ ਡੈਮੋਕ੍ਰੈਟਿਕ ਲਾਅ ਮੇਕਰ ਦਾ ਬਿਆਨ ਸਾਹਮਣੇ ਆਇਆ। ਉਹਨਾਂ ਵੱਲੋਂ ਇਸ ਮੌਕੇ ਤੇ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ। Mr. Speaker, I keep hearing from my Republican friends about work requirements. Speaker McCarthy said, and get this, people are getting paid to sit at home on the couch. Okay, let's talk about work requirements. I have good news for my GOP friends. In 1996, you all demanded the work requirements that are still in place today. Now, maybe if Speaker McCarthy weren't so busy auctioning off his used chapstick for $100,000, he'd know working families in this country are struggling and need help. Maybe if he weren't so busy giving speeches to Wall Street bankers, he'd know most people on food assistance are children, seniors, and people with disabilities. And maybe if he spoke to an able-bodied adult on food assistance, he'd know they aren't sitting on the couch because they're out working. They just make so little they qualify for a measly $6 a day benefit they use to buy food. Republicans are going after food assistance so they can give another tax break to billionaires. It is a disgrace. It is a shame. Speaker McCarthy tried living on SNAP for a week before screwing over poor people. I yield back my time. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। 3 ਲੱਖ ਤੋਂ ਵੱਧ ਨੂੰ ਮਿਲੀ ਕੈਨੇਡਾ ਦੀ ਨਾਗਰਿਕਤਾ ਇਮੀਗ੍ਰੇਸ਼ਨ ਬਾਰੇ ਆਈ ਤਾਜ਼ਾ ਜਾਣਕਾਰੀ। ਕਾਮਾਗਾਟਾ ਮਾਰੂ ਘਟਨਾ ਨੂੰ ਪੂਰੇ ਹੋਏ 109 ਸਾਲ ਟਰੂਡੋ ਦੇ ਇਮੀਗ੍ਰੇਸ਼ਨ ਮੰਤਰੀ ਨੇ ਪੀੜਤਾਂ ਨੂੰ ਕੀਤਾ ਯਾਦ। ਵਿਦੇਸ਼ੀ ਦਖਲ ਬਾਰੇ ਟਰੂਡੋ ਦਾ ਬਿਆਨ। ਟਰੂਡੋ ਨੇ ਕੀਤਾ ਵੱਡਾ ਐਲਾਨ। ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦਾ ਰਾਹ ਨਹੀਂ ਬੰਦ। ਪਹਿਲਾਂ ਦੇ ਮੁਕਾਬਲੇ ਗਿਣਤੀ ਵਿੱਚ ਹੋਇਆ ਵਾਧਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਘੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।